ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ। ਤੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਬੋਰਡ ਲਗਾਏ ਗਏ ਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ। ਕੀ ਸੀ ਬੋਰਡ ਤੇ ਕੀ ਮਨਸ਼ਾ ਸੀ ਉਹ ਬੋਰਡ ਲਗਵਾਉਣ ਦੀ? ਸਾਡੇ ਨਾਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਮੌਜੂਦ ਹੈ। ਬੁਲਾਰੀਆ ਸਾਹਿਬ, ਬੋਰਡ ਲੱਗੇ ਸੀ, ਵਿਰੋਧੀਆਂ ਦੇ ਦਿਮਾਗ 'ਚ ਕਈ ਸਵਾਲ ਵੀ ਆਏ ਸੀ ਕਿ ਬੋਰਡ ਲਗਾਏ ਗਏ ਨੇ, ਕੀ ਧਮਾਕਾ ਕਰਨ ਵਾਲੇ ਨੇ, ਆਖਿਰ ਉਹ ਕੀ ਸਾਰਾ ਮਨਸ਼ਾ ਸੀ ਬੋਰਡ ਲਗਾਉਣ ਦੀ, ਕੀ ਹੈਗਾ ਸੀ ਉਹ ਸਾਰਾ? ਵੇਖੋ, ਬੋਰਡ ਦੇ ਵਿੱਚ ਕੀ ਬਣਿਆ ਸੀਗਾ, ਇੱਕ ਛੋਟਾ ਜਿਹਾ ਬੱਚਾ ਉਹਨੇ ਮਾਸਕ ਲਾਇਆ ਸੀਗਾ। ਜੇ ਇੱਕ ਛੋਟੇ ਜਿਹੇ ਬੱਚੇ ਕੋਲ ਜਿਹਨੇ ਪਹਿਲੇ ਮਾਸਕ ਲਾਇਆ ਹੋਇਆ, ਜੇ ਉਹਦੇ ਤੋਂ ਹੀ ਵਿਰੋਧੀ ਡਰੀ ਜਾਂਦੇ ਤੇ ਬੁਲਾਰੀਆ ਕੀ ਕਰ ਲੇਗਾ? ਔਰ ਕੋਈ ਵੀ ਜਿਹੜਾ ਨੋਰਮਲ ਇੰਟੈਲੀਜੈਂਸ ਰੱਖਣ ਵਾਲਾ ਬੰਦਾ ਹੋਏਗਾ ਨਾ ਜੀ, ਉਹ ਬੱਚੇ ਨੂੰ ਵੇਖੇਗਾ, ਮਾਸਕ ਨੂੰ ਦੇਖੇਗਾ ਤੇ ਨਾਲ ਇਲੈਕਟ੍ਰੋਨਿਕ ਗੈਜਟ ਨੂੰ ਵੇਖੇਗਾ ਨਾ, ਤੇ ਉਹ ਆਪਣੇ ਆਪ ਹੀ ਅਨੁਮਾਨ ਲਾ ਲੇਗਾ ਕਿ ਇਹ ਕੋਈ ਚੀਜ਼ ਬੱਚਿਆਂ ਲਈ ਆ ਰਹੀ ਆ ਔਰ ਕੋਵਿਡ ਦੀ ਅਵੇਅਰਨੈਸ ਵਾਸਤੇ ਆ ਰਹੀ ਆ, ਔਰ ਜਿੱਥੇ ਇਲੈਕਟ੍ਰੋਨਿਕ ਗੈਜਟ ਆ ਗਿਆ ਤੇ ਨਾਲ ਇਲੈਕਟ੍ਰੋਨਿਕ ਗੈਜਟ ਦਾ ਕੁਝ ਇਹਦੇ ਨਾਲ ਹੋਊਗਾ। ਸੋ ਇਹਨਾਂ ਤਿੰਨਾਂ ਨੂੰ ਸੁਮੇਲ ਕਰਕੇ ਅਸੀਂ ਤੇ ਇੱਕ ਕੰਟੈਸਟ ਰੱਖਿਆ ਸੀਗਾ, ਔਰ ਜਿਹੜਾ ਬਾਤ ਦਾ ਪਤੰਗੜ ਵਿਰੋਧੀਆਂ ਨੇ ਬਣਾਤਾ, ਮੇਰੀ ਤੇ ਸਮਝੋ ਪਾਰ, ਕਿਸੇ ਨੇ ਕੁਝ ਕਹਿਤਾ, ਕਿਸੇ ਨੇ ਕੁਝ ਕਹਿਤਾ, ਪਰ ਅਸੀਂ ਜੋ ਕਰਨਾ, ਅਸੀਂ ਚੰਗਾ ਕੰਮ ਕਰਨਾ, ਅਸੀਂ ਚੰਗੇ ਕੰਮ ਕਰਨ ਤੋਂ ਪਾਸੇ ਨਹੀਂ ਹਟ ਸਕਦੇ। ਸੋ ਜੋ ਸਾਡਾ ਪਲਾਨ ਸੀਗਾ ਸਾਰੀ ਲੈ ਕੇ ਕਿ ਆਪਾਂ ਥਰਡ ਵੇਵ ਜਿਹੜੀ ਆ ਰਹੀ ਆ, ਥਰਡ ਵੇਵ ਲਈ ਅਸੀਂ ਸਮਾਜ ਨੂੰ ਜਾਗਰੂਕ ਕਰਨਾ, ਔਰ ਸਮੇਂ ਰਹਿੰਦੇ ਹੋਏ ਅਸੀਂ ਕਿਹੜੇ ਸਟੈਪ ਸਾਨੂੰ ਲੈਣੇ ਚਾਹੀਦੇ ਆ, ਅਸੀਂ ਉਹਦੀ ਪਲੈਨਿੰਗ ਕੀਤੀ। ਔਰ ਪਲੈਨਿੰਗ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਸਭ ਤੋਂ ਵੱਧ ਅਸੀਂ ਜਿਹੜਾ ਬੱਚਿਆਂ ਨੂੰ ਨਾਲ ਇੰਗੇਜ ਕਰੀਏ, ਤਾਂ ਕਿ ਬੱਚੇ ਜਿਹੜੀ ਗੱਲ ਕਹਿੰਦੇ ਨੇ ਉਹਦਾ ਵਜ਼ਨ ਮਾਂ-ਬਾਪ ਦੇ ਮਾਨਸਿਕ ਤੌਰ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਔਰ ਇਸ ਕਰਕੇ ਅਸੀਂ ਇਹ ਸਾਰਾ ਅੰਮ੍ਰਿਤਸਰ ਲਿਟਲ ਚੈਂਪਸ ਕੰਟੈਸਟ ਜਿਹੜਾ ਉਹਦਾ ਆਯੋਜਨ ਕੀਤਾ। ਸੋ ਮੈਂ ਤੇ ਆਪਣੀ ਗੱਲ ਤੋਂ ਕੋਈ ਹਟਿਆ ਨਹੀਂ। ਮੈਂ ਕਿਹਾ ਸੀ 7 ਤਰੀਕ ਨੂੰ ਅਸੀਂ ਕੰਟੈਸਟ ਅਸੀਂ ਆ ਰਹੇ ਹਾਂ, 7 ਨੂੰ ਅਸੀਂ ਬੈਨਰ ਲਾਤੇ ਕਿ ਸਾਡਾ ਕੰਟੈਸਟ ਹੈਗਾ ਔਰ ਇਹਦੇ 'ਚ ਪਾਰਟੀਸਪੇਟ ਕਰੋ। ਸੋ ਇਹਦੇ 'ਚ ਡਰਨ ਦੀ ਕੀ ਗੱਲ ਸੀ? ਵਿਰੋਧੀਆਂ ਨੇ ਇਹਨੂੰ ਕਹਿਤਾ ਧਮਾਕਾ ਹੋਣ ਜਾ ਰਿਹਾ, ਕਿਸੇ ਨੇ ਕੁਝ ਕਹਿਤਾ। ਮਤਲਬ ਮੈਂ ਤੇ ਹੈਰਾਨ ਆ ਕਿ ਜਿਹੜਾ ਜਿਹਨੂੰ ਕਹਿੰਦੇ ਨਾ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਸੋ ਵਿਰੋਧੀਆਂ ਦਾ ਤੇ ਉਹ ਆਲਾ ਵੀ ਕਰਨਪਾਲ ਨੂੰ ਕੁਝ ਨਹੀਂ ਹੈਗਾ, ਤੇ ਵਿਹਲੇ ਦਿਮਾਗ ਨੇ ਉਹ ਜੋ ਮਰਜ਼ੀ ਸੋਚਦੇ ਆ ਸੋਚੀ ਜਾਣ। ਇਸ ਵੇਲੇ ਜੋ ਸਮਾਂ ਚੱਲਦਾ ਪਿਆ, ਚੁਣਾਵਾਂ ਦਾ ਦਿਨ ਹੈ, ਹਰ ਕੋਈ ਚੁਣਾਵਾਂ ਦੀ ਤਿਆਰੀ ਦੇ ਵਿੱਚ ਲੱਗਾ। ਕੀ ਇਹ ਸਮਾਂ ਕੀ ਲੱਗਦਾ ਤੁਹਾਨੂੰ ਇਸ ਨੂੰ ਚੁਣਾਵਾਂ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ, ਜਿਸ ਹਿਸਾਬ ਨਾਲ ਤੁਸੀਂ ਹੁਣ ਲਿਟਲ ਚੈਂਪ ਦੀ ਸ਼ੁਰੂਆਤ ਕੀਤੀ? ਵੇਖੋ ਭਾਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਚੁਣਾਵ ਹਜੇ ਅੱਗੇ ਨੇ, ਔਰ ਜਿਹੋ ਜਿਹੇ ਹਾਲਾਤ ਚੱਲ ਰਹੇ ਪਤਾ ਨਹੀਂ ਇਹਨਾਂ ਨੇ ਆਉਣ ਵੀ ਦੇਣੇ ਆ ਕਿ ਨਹੀਂ ਆਉਣ ਦੇਣੇ। ਸੋ ਚੁਣਾਵ ਦਾ ਇੰਨਾ ਕੋਈ ਲੈਣ ਦੇਣ ਨਹੀਂ ਆ। ਸਾਡੀ ਕੋਸ਼ਿਸ਼ ਸੀਗੀ ਅਸੀਂ ਸਮੇਂ ਸਿਰ ਜਿਹੜੀ ਥਰਡ ਵੇਵ ਦਾ ਰੌਲਾ ਪੈ ਰਿਹਾ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਥਰਡ ਵੇਵ ਆਵੇ ਨਾ ਆਵੇ, ਬਚ ਜਾਈਏ। ਪਰ ਜੇ ਆ ਜੇ ਤਾਂ ਅਸੀਂ ਅਣਜਾਣ ਬੰਦੇ ਬਣ ਕੇ ਨਾ ਬਹਿ ਜਾਈਏ, ਜਿਹਨੂੰ ਕਹਿੰਦੇ ਨਾ ਕੌਟ ਅਨਅਵੇਅਰ, ਅੰਗਰੇਜ਼ੀ 'ਚ ਕਹਿੰਦੇ ਆ ਹੀ ਵਾਸ ਕੌਟ ਅਨਅਵੇਅਰ, ਕਿ ਜਦੋਂ ਤਿਆਰੀ ਨਹੀਂ ਹੁੰਦੀ ਤੇ ਇੱਕਦਮ ਆ ਕੇ ਕੋਈ ਚੀਜ਼ ਫੜ ਲੈਂਦੀ ਆ ਤੁਹਾਨੂੰ। ਸੋ ਮੇਰਾ ਇੱਕ ਮਿਸ਼ਨ ਸੀਗਾ ਕਿ ਅਸੀਂ ਇਸ ਕੰਟੈਸਟ ਦੇ ਰਾਹੀਂ ਜਿੰਨੀ ਵੱਧ ਤੋਂ ਵੱਧ ਜਾਗਰੂਕਤਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਨੀ ਫੈਲਾਈਏ, ਔਰ ਬੱਚਿਆਂ ਨੂੰ ਨਾਲ ਪਾਰਟੀਸਪੇਟ ਕਰਾਈਏ। ਇਹਦੇ ਨਾਲ ਸਾਡੇ 2-3 ਮੋਟਿਵ ਜਿਹੜੇ ਉਹ ਹੱਲ ਹੁੰਦੇ ਨੇ। ਸਭ ਤੋਂ ਪਹਿਲਾਂ ਕੋਵਿਡ ਦੀ ਅਵੇਅਰਨੈਸ ਆਉਂਦੀ ਆ, ਦੂਜਾ ਬੱਚਿਆਂ ਦੇ ਵਿੱਚ ਕੰਪੈਟੀਟਿਵ ਸਪਿਰਿਟ ਆਉਂਦੀ ਆ, ਕਿਉਂਕਿ ਪਿਛਲੇ ਕੁਝ ਸਾਲਾਂ 'ਚ ਤੁਸੀਂ ਵੇਖਿਆ ਵੀ ਸਾਰਾ ਕੁਝ ਫ੍ਰੀ ਵਾਲੇ ਬੰਨੇ ਰੌਲਾ ਪੈ ਰਿਹਾ। ਸੋ ਮੇਰੀ ਇਹ ਸੋਚ ਸੀਗੀ ਕਿ ਅਸੀਂ ਬੱਚਿਆਂ ਨੂੰ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਨੇ ਉਹਨਾਂ ਨੂੰ ਕੰਪੀਟ ਕਰਕੇ ਚੀਜ਼ਾਂ ਹਾਸਲ ਕਰਨ ਵਾਲੇ ਬੰਨੇ ਲੈ ਕੇ ਜਾਈਏ, ਔਰ ਉਸ ਦਿਸ਼ਾ ਦੇ ਵਿੱਚ ਵਧਦੇ ਹੋਏ ਇਸੇ ਕਰਕੇ ਜਿਹੜਾ 60 ਨੰਬਰ ਰੱਖਿਆ ਗਿਆ, ਉਹ ਰੱਖਿਆ ਹੀ ਇਸ ਕਰਕੇ ਗਿਆ ਕਿ ਇਹ ਸੀਮਿਤ ਅਵਾਰਡ ਹੈਗਾ, ਇਹ ਕੋਈ ਖੁੱਲ੍ਹਾ ਲੰਗਰ ਨਹੀਂ ਹੈਗਾ। ਇਹ 60 ਟੈਬਲੇਟ ਕਮਾਉਣੇ ਪੈਣਗੇ। ਸੋ ਇਸ ਕਰਕੇ ਕਮਾਉਣੇ ਕਿਸ ਤਰੀਕੇ ਪੈਣਗੇ? ਆਪਣੀ ਕ੍ਰੀਏਟਿਵ ਆਰਟ ਨੂੰ ਇਸਤੇਮਾਲ ਕਰਕੇ। 26 ਲੱਖ ਦੇ ਕਰੀਬ ਦੀ ਅੰਮ੍ਰਿਤਸਰ ਦੀ ਪਾਪੂਲੇਸ਼ਨ ਹੈ, ਲੇਕਿਨ 60 ਟੈਬਲੇਟ ਕੀ ਲੱਗਦਾ ਨਹੀਂ ਕਿ ਘੱਟ ਹੈ? ਜਦੋਂ ਤੱਕ ਅਵੇਅਰਨੈਸ ਬੱਚਿਆਂ 'ਚ ਆਏਗੀ, ਕਮਾਉਣ ਦੀ ਕੋਸ਼ਿਸ਼ ਕਰੇਗੀ, ਉਦੋਂ ਤੱਕ ਤਾਂ ਟੈਬ ਹੀ ਖਤਮ ਹੋ ਜਾਣੇ। ਅਸੀਂ ਇਹਨੂੰ ਐਕਸਟੈਂਡ ਕਰਾਂਗੇ, ਹਰ ਰੋਜ਼ 2 ਦੇਣੇ ਆ, ਤੇ ਜੇ ਸਾਨੂੰ ਲੱਗਾ ਕਿ ਇਹ ਜਿਹੜਾ ਇੱਕ ਚੰਗੀ ਪੇਸ ਉੱਤੇ ਚੱਲ ਪਿਆ ਔਰ ਸਾਰੇ ਪਾਰਟੀਸਪੇਟ ਕਰ ਰਹੇ ਆ, ਫਿਰ 60 ਦੀ ਥਾਂ 'ਤੇ ਉੱਤੇ ਅਸੀਂ 100 ਵੀ ਕਰ ਸਕਦੇ ਹਾਂ, 200 ਵੀ ਕਰ ਸਕਦੇ ਹਾਂ। ਇਹੋ ਹੀ ਸਮਾਂ ਕਿਉਂ ਚੁਣਿਆ? ਕਿਉਂਕਿ ਕਾਫੀ ਦਿਨਾਂ ਤੋਂ ਤੁਸੀਂ ਬੋਰਡ ਲਗਾਏ ਸੀ, ਸੋ ਚੁਣਾਵਾਂ ਦਾ ਦਿਨ ਹੈ। ਕੀ ਲੱਗਦਾ ਹੈ ਕਿ ਇਹ ਚੀਜ਼ਾਂ ਪਹਿਲਾਂ ਲਿਆਉਣੀਆਂ ਚਾਹੀਦੀਆਂ ਸੀ? ਕਿਉਂਕਿ ਸੈਕਿੰਡ ਵੇਵ ਵੀ ਖਤਮ ਹੋ ਗਈ, ਹੁਣ ਤੀਸਰੀ ਵੇਵ ਦਾ ਹੁਣ ਜਿਵੇਂ ਕਿਹਾ ਜਾ ਰਿਹਾ ਕਿ ਤੀਸਰੀ ਵੇਵ ਹੋ ਸਕਦਾ ਕਿ ਨਾ ਆਏ। ਸੋ ਇਸ ਤੋਂ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਸਭ? ਜਦੋਂ ਪਹਿਲੀ ਵੇਵ ਆਈ ਸੀ ਨਾ, ਉਦੋਂ ਸਾਰਿਆਂ ਨੂੰ ਆਖਿਆ ਗਿਆ ਸੀ ਵੀ ਛੱਤਾਂ 'ਤੇ ਚੜ੍ਹ ਕੇ ਥਾਲੀਆਂ ਖੜਕਾਓ, ਦੀਵੇ ਜਗਾਓ, ਮੋਮਬੱਤੀਆਂ ਜਗਾਓ। ਉਦੋਂ ਕੋਵਿਡ ਬਾਅਦ 'ਚੋਂ ਕੁਝ ਸਮੇਂ ਬਾਅਦ ਖਤਮ ਹੋ ਗਿਆ ਤੇ ਬਹੁਤ ਵੱਡੇ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਰੌਲਾ ਪਿਆ ਕਿ ਹਿੰਦੁਸਤਾਨ ਨੇ ਬਹੁਤ ਵੱਡੀ ਫਤਿਹ ਹਾਸਿਲ ਕਰ ਲਈ ਹੈ। ਸੈਕਿੰਡ ਵੇਵ ਬਾਰੇ ਕਿਸੇ ਦੀ ਤਿਆਰੀ ਨਹੀਂ ਸੀਗੀ, ਸਾਰੇ ਅਣਜਾਣ ਬੈਠੇ ਸੀਗੇ, ਔਰ ਜਦੋਂ ਆ ਕੇ ਵੱਜਾ ਨਾ ਤੇ ਉਹਨੇ ਇੱਕ ਵਾਰੀ ਸਾਰਾ ਹਿੰਦੁਸਤਾਨ ਹਿਲਾ ਦਿੱਤਾ।
ਸੋ ਇਸ ਕਰਕੇ ਉਦੋਂ ਕੋਈ ਸਾਨੂੰ ਵੀ ਨਹੀਂ ਪਤਾ ਸੀ, ਤੁਹਾਨੂੰ ਵੀ ਨਹੀਂ ਪਤਾ ਵੀ ਸੈਕੰਡ ਵੇਵ ਆ ਰਹੀ ਆ। ਹੁਣ ਜਦੋਂ ਸੈਕੰਡ ਆ ਗਈ ਅਸੀਂ ਤੇ ਸਮਝਿਆ ਕਿ ਪਹਿਲੇ ਬਾਅਦ ਕੰਮ ਖਤਮ, ਹੁਣ ਦੁਬਾਰਾ ਕਰੋਨਾ ਨਹੀਂ ਪੈਕ ਕਰਕੇ ਅਸੀਂ ਅੰਟਾਰਕਟਿਕਾ ਜਾਂ ਆਰਟਿਕਾ 'ਚ ਖਿਲਾਤੇ, ਹੁਣ ਨਹੀਂ ਆਣਗੇ ਵਾਪਸ। ਸੋ ਸੈਕੰਡ ਵੇਵ ਜਦੋਂ ਆਈ ਉਦੋਂ ਮਹਿਸੂਸ ਹੋਇਆ ਕਿ ਥਰਡ ਵੀ ਆ ਸਕਦੀ ਆ, ਤੇ ਹੁਣ ਥਰਡ ਦਾ ਰੌਲਾ ਆਲਰੇਡੀ ਪੈ ਰਿਹਾ। ਮੈਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਰਨ ਨਾ ਆਵੇ, ਪਰ ਜੇ ਆਵੇ ਤੇ ਅਸੀਂ ਸਾਰੇ ਤਿਆਰ ਰਹੀਏ। ਔਰ ਤਿਆਰ ਸਭ ਤੋਂ ਪਹਿਲੇ ਸਾਨੂੰ ਹੋਣ ਦੀ ਲੋੜ ਆ ਮਾਨਸਿਕ ਤੌਰ ਤੇ। ਔਰ ਜਿਹੜੀ ਥਰਡ ਦਾ ਰੌਲਾ ਪੈ ਰਿਹਾ ਕਿ ਉਹ ਇਫੈਕਟ ਵੀ ਬੱਚਿਆਂ ਨੂੰ ਕਰੇਗੀ। ਸੋ ਬੱਚਿਆਂ ਦੇ ਰਾਹੀਂ ਅਸੀਂ ਮੈਸੇਜ ਕਰਨਾ ਚਾਹੁੰਦੇ ਹਾਂ ਕਿ ਤਿਆਰ ਰਹੋ। ਔਰ ਜਿੱਥੋਂ ਤੱਕ ਤੁਸੀਂ ਇਹਨੂੰ ਆਖਿਆ ਕਿ ਸਿਆਸਤ ਦੇ ਨਾਲ ਜੁੜ ਕੇ, ਸੋ ਇਲੈਕਸ਼ਨ ਦਾ ਤੇ ਹਜੇ ਕੋਈ ਪਤਾ ਹੀ ਨਹੀਂ ਆ। ਜਿਸ ਤਰੀਕੇ ਨਾਲ ਸਾਰੇ ਚੱਲ ਰਹੇ ਨੇ ਉਹ ਤੇ ਲੱਗ ਰਿਹਾ ਵੀ ਅੱਗੇ ਪਾਉਣ ਦੀ ਗੱਲ ਕਰ ਰਹੇ ਆ, ਜਿਹੜੇ ਉੱਤੋਂ ਸੈਂਟਰ ਵਾਲੇ ਵੀ ਕੋਸ਼ਿਸ਼ ਕਰ ਰਹੇ ਕਿ ਕਿਸੇ ਤਰੀਕੇ ਅੱਗੇ ਲੈ ਜਾਈਏ। ਔਰ ਇਲੈਕਸ਼ਨ ਦਾ ਪਤਾ ਨਹੀਂ ਅੱਜ ਹੋਣੀ ਆ ਕਿ ਹਜੇ ਸਾਲ ਬਾਅਦ ਹੋਣੀ ਆ। ਸੋ ਪਰ ਕਰੋਨਾ ਦੀ ਵੇਵ ਦਾ ਜਿਹੜਾ ਖਦਸ਼ਾ ਉਹ ਹੁਣੇ ਆ ਕੇ ਕੇਰਲਾ ਵਿੱਚ ਤੇ ਹੁੜਦੰਗ ਮਚਾਇਆ ਹੋਇਆ। ਔਰ ਪਿਛਲੇ ਟ੍ਰੈਂਡਸ ਨੇ ਵੀ ਇਹ ਸੁਜੈਸਟ ਕੀਤਾ ਕਿ ਥੱਲਿਓਂ ਉੱਤੇ ਆਉਂਦਾ। ਸੋ ਇਸ ਕਰਕੇ ਉਹ ਤੇ ਹਿੰਦੁਸਤਾਨ ਦੇ ਵਿੱਚ ਐਂਟਰੀ ਹੋ ਗਈ ਆ, ਉਹ ਤੇ ਆਇਆ ਖਲੋਤਾ। ਤੇ ਇਲੈਕਸ਼ਨ ਜਦੋਂ ਆਏਗਾ, ਭਾਵੇਂ ਸਾਲ ਬਾਅਦ ਆਏਗਾ, ਡੇਢ ਬਾਅਦ ਆਏਗਾ, ਅਸੀਂ ਤਿਆਰੀ ਕਰਾਂਗੇ। ਆਖਰੀ ਸਵਾਲ ਕਿ ਤੁਸੀਂ ਉਹਨੇ ਪ੍ਰੈਸ ਕਾਨਫਰੰਸ ਤੇ ਕਿਹਾ ਕਿ ਸਰਕਾਰਾਂ ਬਹੁਤ ਫੇਲ ਹੋਈ ਆ, ਭਾਵੇਂ ਭਾਰਤ ਦੀ ਸਰਕਾਰ ਹੋਵੇ ਤੇ ਭਾਵੇਂ ਅਮਰੀਕਾ ਦੀ ਸਰਕਾਰ ਹੋਵੇ। ਪੰਜਾਬ ਸਰਕਾਰ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਵਿੱਚ ਵੀ ਆਕਸੀਜਨ ਦੀ ਕਾਫੀ ਕਿੱਲਤ ਰਹੀ ਹੈ, ਕਾਫੀ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਕਰੋਨਾ ਤੋਂ? ਮੈਂ ਇਹ ਗੱਲ ਆਖੀ ਸੀਗੀ ਕਿ ਸਾਰੀਆਂ ਸਰਕਾਰਾਂ ਜਿਹੜੀਆਂ, ਅਮਰੀਕਾ ਦਾ ਵੀ ਨਾਲ ਜ਼ਿਕਰ ਕੀਤਾ ਸੀ, ਯੂਰਪ ਦਾ ਵੀ ਨਾਲ ਕੀਤਾ ਸੀ, ਯੂਰਪ ਦੇ ਵਿੱਚ ਇਟਲੀ ਦਾ ਵੀ ਨਾਲ ਜ਼ਿਕਰ ਕੀਤਾ ਸੀਗਾ। ਕਿਸੇ ਵੀ ਸਰਕਾਰ ਕੋ ਇੰਨਾ ਹੈਲਥ ਕੇਅਰ ਸਿਸਟਮ ਹੈ ਨਹੀਂ ਜਿੰਨਾ ਇਹ ਫੈਲ ਜਾਂਦਾ ਹੈ। ਔਰ ਹੁਣ ਬਹੁਤ ਕੁਝ ਇਹ 'ਤੇ ਕੰਮ ਕਰ ਲਿਆ ਗਿਆ ਹੈ। ਮੈਂ ਸਮਝਦਾ ਕਿ ਪਿਛਲੀ ਵਾਰ ਨਾਲੋਂ ਸਾਡੇ ਪੰਜਾਬ ਸਰਕਾਰ ਦੀ ਵੀ ਤਿਆਰੀ ਪਿਛਲੀ ਨਾਲੋਂ ਵੱਧ ਹੋਊਗੀ। ਔਰ ਜਿੱਥੇ ਪੰਜਾਬ ਸਰਕਾਰ ਨੇ ਆਪਣੀ ਤਿਆਰੀ ਕਰਨੀ ਹੈ ਉੱਥੇ ਲੋੜ ਆ ਕਿ ਅਸੀਂ ਵੀ ਸਾਰੇ ਸਮਾਜ ਦੇ ਚੰਗੇ ਵਿਅਕਤੀ ਹੋਣ ਕਰਕੇ ਅਸੀਂ ਸਾਰੇ ਵੀ ਆਪਣਾ ਆਪਣਾ ਯੋਗਦਾਨ ਪਾਈਏ। ਸੋ ਬਿਲਕੁਲ ਐਸੀ ਇੰਦਰਬੀਰ ਸਿੰਘ ਬੁਲਾਰੀਆ ਵਿਧਾਇਕ ਜਿਨ੍ਹਾਂ ਨੇ ਪਿਛਲੇ ਦਿਨੀ ਬੋਰਡ ਲਗਾਏ ਗਏ ਸੀ। ਸੋ ਅੱਜ ਤੋਂ ਇੱਕ ਕੰਟੈਸਟ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦੇ ਤਹਿਤ ਇੱਕ ਜਾਗਰੂਕਤਾ ਲਿਆਈ ਜਾਏਗੀ ਵੈਕਸੀਨ ਨੂੰ ਲੈ ਕੇ। ਸੋ 60 ਟੈਬ ਜਿਹੜੇ ਉਸ ਬੱਚਿਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੀ ਵੀਡੀਓ ਸਭ ਤੋਂ ਜ਼ਿਆਦਾ ਹਾਈਲਾਈਟ ਹੋਏਗੀ। ਅਮਿਤ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।